हाँ जी राजे, ਆਪਾਂ ਮੇਨ ਪੁਆਇੰਟ ਰਿਵਾਈਜ਼ ਕਰਾਂਗੇ ਜੋ ਆਪਣਾ ਮਨੀ ਵਾਲਾ ਚੈਪਟਰ ਆ। ਤਾਂ ਹੁਣ ਦੇਖੋ ਆਪਣੇ ਜਿਹੜੇ ਪੇਪਰ ਆ ਰਹੇ ਨੇ ਤਾਂ ਉਹਦੇ ਲਈ ਰਿਵੀਜ਼ਨ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਤੋਂ ਆਪਾਂ ਪੇਪਰਾਂ ਦੇ ਵਿੱਚੋਂ ਵਧੀਆ ਨੰਬਰ ਲੈ ਸਕੀਏ। ਤਾਂ ਹੁਣ ਆਪਾਂ ਉਹਦੀ ਕੀ ਰਿਵੀਜ਼ਨ ਕਰਾਂਗੇ ਜੋ ਆਪਣੀ ਇਕਨੋਮਿਕਸ ਆ। ਤਾਂ ਹੁਣ ਦੇਖੋ ਕਹਿੰਦੇ ਜਿਹੜਾ ਆਪਣਾ 5th ਚੈਪਟਰ ਆ ਇਹਦੇ ਵਿੱਚ ਆਪਾਂ ਨੂੰ ਦੱਸਿਆ ਹੋਇਆ ਮਨੀ ਬਾਰੇ ਵੀ ਮਨੀ ਕੀ ਆ, ਉਹ ਕਿਹੜੇ ਕੰਮਾਂ ਲਈ ਯੂਜ਼ ਹੁੰਦੀ ਆ ਤੇ ਉਸ ਨੂੰ ਆਪਾਂ ਨੇ ਸਪਲਾਇਰ ਕਹਾਉਣਾ ਮਨੀ ਦਾ। ਤਾਂ ਹੁਣ ਦੇਖੋ ਕਹਿੰਦੇ ਵੀ ਆਪਣੀ ਮਨੀ ਨੂੰ ਆਪਾਂ ਕੀ ਅਸੈਪਟ ਕਰਦੇ ਹਾਂ ਕਾਹਦੇ ਲਈ, ਐਕਸਚੇਂਜ ਕਰਨ ਦੇ ਲਈ। ਮਨੀ ਦੀ ਹੈਲਪ ਦੇ ਨਾਲ ਆਪਾਂ ਕੋਈ ਵੀ ਚੀਜ਼ ਬਾਏ ਕਰ ਸਕਦੇ ਹਾਂ ਐਂਡ ਸੇਲ ਕਰ ਸਕਦੇ ਹਾਂ। ਇੰਡੀਆ ਦੇ ਵਿੱਚ ਕੀ ਆ, ਰੁਪਏ ਚੱਲਦੇ ਨੇ, ਉਹ ਆਪਣੇ ਲਈ ਮਨੀ ਆ। USA ਦੀ ਗੱਲ ਕਰੀਏ ਉਧਰ ਡਾਲਰ ਚੱਲਦੇ ਨੇ, ਉਹਨਾਂ ਲਈ ਉਹ ਮਨੀ ਆ। ਆਪਾਂ ਇੰਗਲੈਂਡ ਦੀ ਗੱਲ ਕਰੀਏ ਉਧਰ ਪਾਉਂਡ ਚੱਲਦੇ ਨੇ, ਉਹਨਾਂ ਲਈ ਉਹ ਮਨੀ ਆ। ਤਾਂ ਮਨੀ ਨੂੰ ਆਪਾਂ ਅਸੈਪਟ ਕਰਦੇ ਹਾਂ ਕਾਹਦੇ ਲਈ, ਐਜ਼ ਏ ਮੀਡੀਅਮ ਆਫ ਐਕਸਚੇਂਜ। ਤਾਂ ਉਹ ਆਪਣੀ ਕੀ ਆ, ਮਨੀ ਆ। ਉਸ ਤੋਂ ਬਾਅਦ ਆ ਗਿਆ ਵਾਟਰ ਸਿਸਟਮ। ਵਾਟਰ ਸਿਸਟਮ ਕੀ ਆ, ਜਿਸ ਦੇ ਵਿੱਚ ਗੁਡਸ ਦੇ ਬਦਲੇ ਕੀ ਆ, ਗੁਡਸ ਐਕਸਚੇਂਜ ਹੁੰਦੀਆਂ ਨੇ। ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ, ਵਾਟਰ ਸਿਸਟਮ ਕਹਿੰਦੇ ਆ। ਇਹਦੇ ਵਿੱਚ ਆਪਣਾ CC ਇਕਨੋਮੀ ਵੀ ਕਿਹਾ ਜਾਂਦਾ ਇਹਨੂੰ ਆਪਾਂ, ਕਿਉਂਕਿ CC ਇਕਨੋਮੀ ਦਾ ਮਤਲਬ ਕੀ ਆ, ਕਮੋਡਿਟੀ ਫੋਰ ਕਮੋਡਿਟੀ ਐਕਸਚੇਂਜ ਇਕਨੋਮੀ। ਤਾਂ ਹੁਣ ਕੁਝ ਇਹਦੀਆਂ ਲਿਮਿਟੇਸ਼ਨ ਸੀ। ਹਾਂਜੀ, ਪਹਿਲੀ ਲਿਮਿਟੇਸ਼ਨ ਦੇਖੋ ਕੀ ਆ, ਡਬਲ ਕੋਇਨਸੀਡੈਂਸ ਆਫ ਵਾਂਟਸ। ਇਹਨੂੰ ਆਪਾਂ ਐਗਜ਼ਾਮਪਲ ਦੇ ਨਾਲ ਸਮਝਦੇ ਆ। ਇੱਕ A ਪਰਸਨ ਇੱਕ B ਆ, A ਕੋਲੇ ਪੋਜੈਸ਼ਨ ਕਿਹਦਾ, ਰਾਈਸ ਦਾ, ਉਹਨੂੰ ਨੀਡ ਕਿਹਦੀ ਆ, ਕਲੋਥ ਦੀ। ਜਿਹੜਾ ਆਪਣਾ B ਪਰਸਨ ਆ ਉਹਨੂੰ ਰਾਈਸ ਦੀ ਨੀਡ ਆ, ਬਟ ਉਹਦੇ ਕੋਲੇ ਕੀ ਆ, ਕਲੋਥ ਦਾ ਪੋਜੈਸ਼ਨ ਨਹੀਂ ਹੈਗਾ। ਤਾਂ ਹੁਣ ਇਸ ਕੇਸ ਦੇ ਵਿੱਚ ਕੀ ਆ, ਜੇ ਹੁਣ B ਆ A ਤੋਂ ਰਾਈਸ ਲੈ ਰਿਹਾ, ਬਟ ਇੱਥੇ A ਦੀ ਡਿਮਾਂਡ ਪੂਰੀ ਨਹੀਂ ਹੋਣੀ ਹੈਗੀ। ਕਿਉਂਕਿ ਕਲੋਥ ਇੱਥੇ ਉਹਨੂੰ ਕੀ ਆ, ਨਹੀਂ ਮਿਲਨੇ ਹੈਗੇ, ਕਿਉਂਕਿ B ਕੋਲੇ ਕੀ ਆ, ਪੋਜੈਸ਼ਨ ਨਹੀਂ ਹੈਗਾ ਕਲੋਥ ਦਾ। ਤਾਂ ਕਹਿਣ ਦਾ ਮਤਲਬ ਇਹਦੇ ਵਿੱਚ ਮੇਨ ਕੀ ਲਿਮਿਟੇਸ਼ਨ ਸੀ ਇਹ, ਵੀ ਜ਼ਰੂਰੀ ਨਹੀਂ ਹੈਗਾ ਵੀ ਇੱਕੋ ਟਾਈਮ ਤੇ ਜੋ ਪਰਸਨ ਵੀ ਇੱਕ ਦੀ ਹੋ ਸਕਦਾ ਜ਼ਰੂਰਤ ਪੂਰੀ ਹੋ ਰਹੀ ਹੋਵੇ, ਦੂਸਰੇ ਦੀ ਜ਼ਰੂਰਤ ਪੂਰੀ ਨਾ ਹੋਵੇ। ਤਾਂ ਇਸ ਕਰਕੇ ਕੀ ਆ ਵੀ ਐਕਸਚੇਂਜ ਉਸ ਟਾਈਮ ਕੀ ਆ, ਬਹੁਤ ਡਿਫਿਕਲਟੀ ਫੇਸ ਕਰਨੀ ਪੈਂਦੀ ਸੀ ਜਦੋਂ ਗੁਡਸ ਦੇ ਬਦਲੇ ਗੁਡਸ ਐਕਸਚੇਂਜ ਹੁੰਦੀਆਂ ਸੀ। ਕਿਉਂਕਿ ਆਪਾਂ ਨੂੰ ਉਹ ਪਰਸਨ ਫਾਈਂਡ ਕਰਨਾ ਪੈਂਦਾ ਸੀ ਜਿਸ ਤੋਂ ਜੋ ਆਪਣੀ ਜਿਹੜੀ ਜ਼ਰੂਰਤ ਆ ਉਹ ਵੀ ਆਪਣੀ ਪੂਰੀ ਹੋ ਸਕੇ, ਜਿਸ ਨੂੰ ਉਸ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਆਪਣੇ ਕੋਲ ਉਹਨੂੰ ਉਹ ਮਿਲ ਸਕੇ। ਤੇ ਉਸ ਤੋਂ ਬਾਅਦ ਆ ਗਿਆ ਲੈਕ ਆਫ ਕਾਮਨ ਵੈਲਿਊ ਯੂਨਿਟ, ਲੈਕ ਆਫ ਕਾਮਨ ਯੂਨਿਟ ਆਫ ਵੈਲਿਊ। ਇਸ ਦਾ ਮਤਲਬ ਕੀ ਆ ਵੀ ਉਸ ਟਾਈਮ ਮੈਜਰਮੈਂਟ ਕਰਨੀ ਔਖੀ ਸੀ ਵਾਟਰ ਸਿਸਟਮ ਦੇ ਵਿੱਚ ਵੀ ਕੋਈ ਵੀ ਪ੍ਰੋਡਕਟ ਆ ਜਿਹੜਾ ਉਸ ਦੀ ਐਕਚੁਅਲ ਦੇ ਵਿੱਚ ਵੈਲਿਊ ਕਿੰਨੀ ਆ, ਕਿਉਂਕਿ ਗੁਡਸ ਦੇ ਬਦਲੇ ਗੁਡਸ ਐਕਸਚੇਂਜ ਹੁੰਦੀਆਂ ਸੀ। ਤਾਂ ਇਸ ਕਰਕੇ ਪ੍ਰੋਪਰ ਮੈਜਰਮੈਂਟ ਨਹੀਂ ਹੁੰਦੀ ਸੀ ਵੀ ਜੇ ਮੰਨ ਲਓ ਆਪਾਂ ਉਸ ਟਾਈਮ ਕਹਿ ਦਈਏ ਵੀ ਕੋਈ ਵੀ ਇੱਕ ਕਾਰ ਆ ਉਸਦੀ ਕਿੰਨੀ ਵੈਲਿਊ ਆ, ਉਹ ਆਪਾਂ ਮਨੀ ਦੇ ਵਿੱਚ ਨਹੀਂ ਮੈਜਰ ਕਰ ਸਕਦੇ ਸੀ। ਬਟ ਮਨੀ ਦੇ ਆਉਣ ਦੇ ਨਾਲ ਇਹ ਪ੍ਰੋਬਲਮ ਦੂਰ ਹੋ ਗਈ। ਆਪਾਂ ਈਜ਼ੀਲੀ ਕੀ ਕਰ ਸਕਦੇ ਆ, ਕੋਈ ਵੀ ਜਿਹੜਾ ਪ੍ਰੋਡਕਟ ਆ ਉਹਨੂੰ ਮਨੀ ਦੇ ਵਿੱਚ ਕੀ ਆ, ਮੈਜਰ ਕਰ ਸਕਦੇ ਆ। ਉਸ ਤੋਂ ਬਾਅਦ ਆ ਗਿਆ ਡਿਫਿਕਲਟੀ ਆਫ ਫਿਊਚਰ ਪੇਮੈਂਟ, ਜੋ ਆਪਣੀਆਂ ਡੈਫਰਡ ਪੇਮੈਂਟਾਂ ਸੀ ਵੀ ਜੋ ਆਪਾਂ ਨੇ ਮੰਨ ਲਓ ਲੋਨ ਲਿਆ, ਹੁਣ ਤਾਂ ਆਪਾਂ ਈਜ਼ੀਲੀ ਕੀ ਕਰ ਸਕਦੇ ਆ, ਪੇ ਕਰ ਸਕਦੇ ਆ ਵਿਦ ਇੰਟਰਸਟ। ਬਟ ਜੇ ਪਹਿਲਾਂ ਕੋਈ ਆਪਾਂ ਵਾਟਰ ਸਿਸਟਮ ਦੇ ਕੇਸ ਦੇ ਵਿੱਚ ਕਿਸੇ ਵੀ ਜਿਵੇਂ ਕੋਈ ਵਰਕਰ ਨੇ ਉਹ ਕੰਮ ਕਰ ਰਹੇ ਨੇ, ਉਹ ਕਹਿਣ ਵਾਟਰ ਸਿਸਟਮ ਦੇ ਕੇਸ ਦੇ ਵਿੱਚ ਵੀ ਸਾਨੂੰ ਮਤਲਬ ਕੰਮ ਦੇ ਬਦਲੇ ਇੰਨੇ ਪੈਸੇ ਮਿਲਣੇ ਚਾਹੀਦੇ ਸੀ, ਉਹ ਪੋਸੀਬਲ ਨਹੀਂ ਸੀ। ਕਿਉਂਕਿ ਉਸ ਟਾਈਮ ਉਹਨਾਂ ਨੂੰ ਕੀ ਸੀ, ਕੋਈ ਕੰਮ ਕਰਨ ਦੇ ਬਦਲੇ ਉਹਨੂੰ ਕੀ ਹੋਰ ਕੋਈ ਚੀਜ਼ ਦੇ ਦਿੱਤੀ ਜਾਂਦੀ ਸੀ, ਬਟ ਮਨੀ ਨਹੀਂ ਮਿਲਦੀ ਸੀ। ਬਟ ਪ੍ਰੋਪਰ ਦੇ ਵਿੱਚ ਕਹਿਣ ਦਾ ਮੈਜਰਮੈਂਟ ਵੀ ਨਹੀਂ ਹੁੰਦੀ ਸੀ ਤੇ ਜੋ ਆਪਣੀ ਫਿਊਚਰ ਪੇਮੈਂਟ ਆ ਉਹ ਵੀ ਕਰਨ ਦੇ ਵਿੱਚ ਕੀ ਆ, ਮੇਨ ਪ੍ਰੋਬਲਮ ਆਉਂਦੀ ਸੀ। ਉਸ ਤੋਂ ਬਾਅਦ ਆ ਗਿਆ ਸਟੋਰੇਜ ਕਰਕੇ ਰੱਖਣਾ ਔਖਾ ਸੀ ਗੁਡਸ ਨੂੰ। ਹੁਣ ਮਨੀ ਨੂੰ ਆਪਾਂ ਈਜ਼ੀਲੀ ਕੀ ਆ, ਸਟੋਰ ਕਰਕੇ ਰੱਖ ਸਕਦੇ ਆ। ਠੀਕ ਆ, ਜੋ ਮਨੀ ਆ ਉਹਨੂੰ ਸਟੋਰ ਕਰਨ ਦੇ ਲਈ ਜਿਹੜੀ ਆਪਣੀ ਪਲੇਸ ਆ ਉਹਦੀ ਵੀ ਜਿਹੜੀ ਨੀਡ ਆ ਉਹ ਕੀ ਆ, ਘੱਟ ਆ। ਬਟ ਜੇ ਆਪਾਂ ਨੇ ਗੁਡਸ ਨੂੰ ਸਟੋਰ ਕਰਕੇ ਰੱਖਣਾ ਤਾਂ ਉਹਦੇ ਲਈ ਪਲੇਸ ਕੀ ਚਾਹੀਦੀ ਆ, ਜ਼ਿਆਦਾ ਚਾਹੀਦੀ ਆ। ਉਸ ਤੋਂ ਬਾਅਦ ਆ ਗਿਆ ਟ੍ਰਾਂਸਫਰ ਆਫ ਵੈਲਿਊ। ਮਨੀ ਨੂੰ ਆਪਾਂ ਈਜ਼ੀਲੀ ਟ੍ਰਾਂਸਫਰ ਕਰ ਸਕਦੇ ਹਾਂ, ਬਟ ਗੁਡਸ ਨੂੰ ਇੱਕ ਥਾਂ ਦੂਜੀ ਥਾਂ ਤੇ ਟ੍ਰਾਂਸਫਰ ਕਰਨਾ ਕੀ ਆ, ਔਖਾ ਹੁੰਦਾ ਜੀ, ਕਿਉਂਕਿ ਉਸਦੇ ਵਿੱਚ ਆਪਣਾ ਜਿਹੜਾ ਖਰਚਾ ਉਹ ਜ਼ਿਆਦਾ ਆਉਂਦਾ। ਉਸ ਤੋਂ ਬਾਅਦ ਆ ਗਿਆ ਫਾਰਮਸ ਆਫ ਮਨੀ। ਪਹਿਲੀ ਆ ਗਈ ਆਪਣੀ ਫੀਐਟ ਮਨੀ। ਫੀਐਟ ਮਨੀ ਕਿਹੜੀ ਹੁੰਦੀ ਆ, ਜੋ ਗਵਰਨਮੈਂਟ ਦੇ ਆਰਡਰ ਤੇ ਇਸ਼ੂ ਕੀਤੀ ਜਾਂਦੀ ਉਹਨਾਂ ਦੀ। ਇਹਦੇ ਵਿੱਚ ਪੇਪਰ ਐਂਡ ਜਿਹੜੇ ਕੋਇਨਸ, ਪੇਪਰ ਮਨੀ ਐਂਡ ਕੋਇਨਸ ਦੋਨੋਂ ਹੀ ਇਨਵੋਲਵ ਹੁੰਦੇ ਨੇ ਜਿਹੜੀ ਆਪਣੀ ਫੀਐਟ ਮਨੀ ਆ। ਫਿਡਿਊਸ਼ਰੀ ਮਨੀ ਦੀ ਮੇਨ ਐਗਜ਼ਾਮਪਲ ਕੀ ਆ, ਚੈੱਕ ਆ, ਜੋ ਕਿ ਆਪਾਂ ਅਸੈਪਟ ਕਰਦੇ ਆ ਐਜ਼ ਏ ਟਰਸਟ ਆਫ ਬਿਟਵੀਨ ਪੇਅਰ ਐਂਡ ਪੇਈ ਦੇ ਵਿੱਚ। ਉਸ ਤੋਂ ਬਾਅਦ ਆ ਗਿਆ ਫੁੱਲ ਬੋਡੀ ਮਨੀ। ਇਹ ਆਪਣੀ ਕਿਹੜੀ ਮਨੀ ਹੁੰਦੀ ਆ, ਜਿਸ ਦੇ ਵਿੱਚ ਜਿਹੜੀ ਆਪਣੀ ਕਮੋਡਿਟੀ ਵੈਲਿਊ ਐਂਡ ਤੇ ਜਿਹੜੀ ਆਪਣੀ ਮਨੀ ਵੈਲਿਊ ਆ ਦੋਨੋਂ ਕੀ ਹੋਣ, ਸੇਮ ਹੋਣ। ਕਮੋਡਿਟੀ ਵੈਲਿਊ ਵੀ ਜਿਵੇਂ ਆਪਾਂ ਇੱਕ ਗੱਲ ਕਰੀਏ ਕੋਇਨ ਦੀ, ਵੀ ਉਹ ਜਿਹੜੀ ਚੀਜ਼ ਦਾ ਬਣਿਆ ਹੋਇਆ ਉਹਦੀ ਕਿੰਨੀ ਵੈਲਿਊ ਆ, ਤੇ ਜਿਹੜੀ ਆਪਣੀ ਉਹਦੇ ਉੱਪਰ ਵੈਲਿਊ ਮੈਂਸ਼ਨ ਆ ਉਹ ਵੀ ਆਪਣੀ ਜਿਹੜੀ ਵੈਲਿਊ ਆ ਤੇ ਕਮੋਡਿਟੀ ਵੈਲਿਊ ਦੋਨੋਂ ਸੇਮ ਹੋਣ। ਜਿਵੇਂ ਮੰਨ ਲਓ ਇੱਕ ਕੋਇਨ ਆਪਣੇ ਕੋਲੇ 5 ਰੁਪਏ ਦਾ, ਤਾਂ ਹੁਣ ਜਿਹੜਾ ਕੋਇਨ ਬਣਿਆ ਹੋਇਆ ਉਸਦੀ ਵੈਲਿਊ ਵੀ 5 ਰੁਪਏ ਆ ਐਂਡ ਉਹਦੇ ਉੱਪਰ ਜਿਹੜੀ ਮੈਂਸ਼ਨ ਆ ਵੈਲਿਊ ਉਹ ਵੀ ਕਿੰਨੀ ਆ, 5 ਆ। ਤਾਂ ਕਮੋਡਿਟੀ ਵੈਲਿਊ ਐਂਡ ਮਨੀ ਵੈਲਿਊ ਦੋਨੋਂ ਕੀ ਨੇ, ਇੱਥੇ ਸੇਮ ਨੇ, ਤਾਂ ਉਹ ਕੀ ਹੋਊਗੀ, ਫੁੱਲ ਬੋਡੀ ਮਨੀ। ਕ੍ਰੈਡਿਟ ਮਨੀ ਕਿਹੜੀ ਹੁੰਦੀ ਆ, ਜਦੋਂ ਜਿਹੜੀ ਆਪਣੀ ਕਮੋਡਿਟੀ ਵੈਲਿਊ ਉਹ ਕੀ ਆ, ਲੈਸ ਦੇਨ ਹੋਵੇ ਕਿਹਦੇ ਨਾਲੋਂ, ਮਨੀ ਵੈਲਿਊ ਦੇ ਨਾਲੋਂ, ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ, ਕ੍ਰੈਡਿਟ ਮਨੀ ਕਹਿੰਦੇ ਆ।
ਉਸ ਤੋਂ ਬਾਅਦ ਆ ਗਿਆ ਜੀ ਨੈਕਸਟ ਕਨਸੈਪਟ ਸਪਲਾਈ ਆਫ ਮਨੀ। ਕੀ ਆ ਸਪਲਾਈ ਆਫ ਮਨੀ ਦਾ ਮਤਲਬ ਕੀ ਆ, ਇੱਕ ਪੁਆਇੰਟ ਆਫ ਟਾਈਮ ਤੇ ਜੋ ਲੋਕਾਂ ਦੁਆਰਾ ਪੈਸਾ ਹੈਲਡ ਕਰਕੇ ਰੱਖਿਆ ਹੋਇਆ ਜੀ, ਉਹਨੂੰ ਆਪਾਂ ਕੀ ਕਹਿੰਦੇ ਆ, ਸਪਲਾਈ ਆਫ ਮਨੀ ਕਹਿੰਦੇ ਆ। ਜਦੋਂ ਆਪਾਂ ਕਿਸੇ ਵੇਰੀਏਬਲ ਦੀ ਮੈਜਰਮੈਂਟ ਕਰਦੇ ਆ ਇੱਕ ਪੁਆਇੰਟ ਆਫ ਟਾਈਮ ਤੇ, ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ ਜੀ, ਸਟਾਕ ਕਹਿੰਦੇ ਆ। ਤਾਂ ਇਸ ਕਰਕੇ ਜਿਹੜਾ ਆਪਣਾ ਸਪਲਾਈ ਆਫ ਮਨੀ ਆ ਉਹ ਕਿਹੜਾ ਕਨਸੈਪਟ ਆ, ਸਟਾਕ ਕਨਸੈਪਟ ਆ। ਜਿਹੜੀ ਆਪਾਂ ਮੈਜਰਮੈਂਟ ਕੀਤੀ ਜਾਂਦੀ ਆ, ਜਿਹੜੀ ਆਪਣੀ ਮਨੀ ਸਪਲਾਈ ਆ ਉਹ M1 M2 M3 ਐਂਡ M4, ਬਟ ਆਪਣੇ ਲਈ ਮੇਨ ਕੀ ਹੈ M1 ਜੋ ਆਪਾਂ ਨੂੰ ਸਿਲੇਬਸ ਦੇ ਵਿੱਚ ਗਿਵਨ ਆ। ਤਾਂ ਇਹਦੇ ਵਿੱਚ ਮੇਨ ਕੰਪੋਨੈਂਟ ਕੀ ਨੇ, ਸੀ ਮਤਲਬ ਜੋ ਲੋਕਾਂ ਦੁਆਰਾ ਕਰੰਸੀ ਹੈਲਡ ਕਰਕੇ ਰੱਖੀ ਹੋਈ ਹੈ, ਜਿਹਦੇ ਵਿੱਚ ਮਤਲਬ ਪੇਪਰ ਮਨੀ ਵੀ ਐਂਡ ਕੋਇਨਸ ਦੋਨੋਂ ਹੀ ਇਨਵੋਲਵ ਹੋਣਗੇ। ਉਸ ਤੋਂ ਬਾਅਦ ਆ ਗਿਆ ਡਿਮਾਂਡ ਡਿਪੋਜ਼ਿਟ। ਜੇ ਇਟ ਰੈਫਰਸ ਟੂ ਡਿਮਾਂਡ ਡਿਪੋਜ਼ਿਟਸ ਕਹਿੰਦੇ ਆਫ ਦਾ ਪੀਪਲ, ਕਿਹਦੇ ਆਪਣੇ ਵਿਦ ਕਮਰਸ਼ੀਅਲ ਬੈਂਕਾਂ ਕੋਲੇ ਨੇ, ਜਿਨ੍ਹਾਂ ਨੂੰ ਆਪਾਂ ਚੈੱਕ ਦੇ ਥਰੂ ਕਢਵਾ ਸਕਦੇ ਹਾਂ। ਠੀਕ ਆ ਜੀ। ਉਸ ਤੋਂ ਬਾਅਦ ਆ ਗਿਆ OD ਅਦਰ ਡਿਪੋਜ਼ਿਟ। ਜਿਹੜਾ ਆਪਣਾ ਅਦਰ ਡਿਪੋਜ਼ਿਟ ਆ ਉਹ ਇਹਦੇ ਵਿੱਚ ਕੀ ਆ ਜਾਊਗਾ ਜੀ, ਡਿਮਾਂਡ ਡਿਪੋਜ਼ਿਟ ਵਿਦ RBI ਉਹ ਪਬਲਿਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਵੇਂ ਨਬਾਰਡ, ਨੈਸ਼ਨਲ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ, ਇਸ ਦੀ ਫੁੱਲ ਫਾਰਮ ਆ ਜੀ। ਉਸ ਤੋਂ ਬਾਅਦ ਆ ਗਿਆ ਡਿਮਾਂਡ ਡਿਪੋਜ਼ਿਟ ਵਿਦ RBI ਆਫ ਫੋਰਨ ਸੈਂਟਰਲ ਬੈਂਕ ਐਂਡ ਦੀ ਫੋਰਨ ਗਵਰਨਮੈਂਟ। ਉਸ ਤੋਂ ਬਾਅਦ ਆ ਗਿਆ ਡਿਮਾਂਡ ਡਿਪੋਜ਼ਿਟ ਆਫ ਦ ਇੰਟਰਨੈਸ਼ਨਲ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਲਾਈਕ IMF ਮਤਲਬ ਇੰਟਰਨੈਸ਼ਨਲ ਮੋਨਿਟਰੀ ਫੰਡ ਐਂਡ ਵਰਲਡ ਬੈਂਕ। ਇਹ ਆਪਣੇ ਮੇਨ ਕੰਪੋਨੈਂਟ ਨੇ ਜੋ ਆਪਣੇ ਕੀ ਆ M1 ਦੇ ਵਿੱਚ ਆਉਂਦੇ ਨੇ। ਉਸ ਤੋਂ ਬਾਅਦ ਆ ਗਿਆ ਜੀ ਕੌਣ ਸਪਲਾਈ ਕਰਦਾ ਮਨੀ ਦੀ, ਪਹਿਲਾਂ ਆ ਗਿਆ ਜੀ RBI ਜੋ ਆਪਣਾ ਪ੍ਰਾਇਮਰੀ ਸੋਰਸ ਆ, ਜੋ ਜਿਸ ਦੇ ਦੁਆਰਾ ਜਿਹੜੇ ਨਵੇਂ ਨੋਟ ਇਸ਼ੂ ਕੀਤੇ ਜਾਂਦੇ ਨੇ ਉਹ ਸਿਰਫ ਅਥਾਰਟੀ ਕਿਹਦੇ ਕੋਲੇ ਆ, RBI ਕੋਲੇ। ਉਸ ਤੋਂ ਬਾਅਦ ਆ ਗਿਆ ਜੀ ਕਮਰਸ਼ੀਅਲ ਬੈਂਕਸ ਜੋ ਡਿਮਾਂਡ ਡਿਪੋਜ਼ਿਟ ਦੇ ਥਰੂ ਲੋਨ ਕ੍ਰੀਏਟ ਕਰਦੀਆਂ ਨੇ ਕੰਟਰੀ ਦੇ ਵਿੱਚ, ਉਹ ਆਪਣਾ ਕੀ ਆ ਉਹਦੇ ਥਰੂ ਕੀ ਆ ਉਹ ਸਪਲਾਈ ਕਰਦੇ ਨੇ ਮਨੀ ਦੀਆਂ, ਜਿਹੜੀ ਮਨੀ ਦੀ ਕਮਰਸ਼ੀਅਲ ਬੈਂਕਾਂ। ਤਾਂ ਜਿਹੜਾ ਡਿਮਾਂਡ ਡਿਪੋਜ਼ਿਟ ਦੇ ਥਰੂ ਬੈਂਕਾਂ ਮਨੀ ਕ੍ਰੀਏਟ ਕਰਦੀਆਂ ਦੇਸ਼ ਦੇ ਵਿੱਚ ਜਿਹੜੀਆਂ ਕਮਰਸ਼ੀਅਲ ਬੈਂਕਾਂ ਨੇ, ਉਸ ਨੂੰ ਆਪਾਂ ਕੀ ਕਹਿੰਦੇ ਆ, ਬੈਂਕ ਮਨੀ ਕਹਿੰਦੇ ਆ। ਉਸ ਤੋਂ ਬਾਅਦ ਆ ਗਿਆ ਜੀ ਗਵਰਨਮੈਂਟ ਦੇ ਦੁਆਰਾ ਜਿਹੜੇ ਆਪਣੇ 1 ਰੁਪਏ ਦੇ ਨੋਟ ਨੇ ਐਂਡ ਕੋਇਨਸ ਆਫ ਆਲ ਡਿਨੋਮੀਨੇਸ਼ਨ ਨੇ, ਉਹ ਗਵਰਨਮੈਂਟ ਦੁਆਰਾ ਇਸ਼ੂ ਕਰੇ ਜਾਂਦੇ ਨੇ। ਤਾਂ ਮੇਨ ਤਿੰਨ ਆਪਣੇ ਸਪਲਾਇਰ ਨੇ ਜੋ ਕੰਟਰੀ ਦੇ ਵਿੱਚ ਮਨੀ ਦੀ ਕੀ ਕਰਦੇ ਨੇ, ਸਪਲਾਈ ਕਰਦੇ ਨੇ। ਉਸ ਤੋਂ ਬਾਅਦ ਜਿਵੇਂ ਆਪਾਂ ਨੇ ਪੜ੍ਹੀ ਸੀ ਵੀ ਬੈਂਕ ਮਨੀ ਕੀ ਹੁੰਦੀ ਆ, ਜੋ ਮਨੀ ਕ੍ਰੀਏਟ ਕੀਤੀ ਜਾਂਦੀ ਆ ਬਾਈ ਦੀ ਕਮਰਸ਼ੀਅਲ ਬੈਂਕਸ, ਕਿਸ ਦੇ ਥਰੂ, ਬਾਈ ਵੇ ਆਫ ਡਿਮਾਂਡ ਡਿਪੋਜ਼ਿਟਸ ਇਜ਼ ਕਾਲਡ ਬੈਂਕ ਮਨੀ। ਉਸ ਤੋਂ ਬਾਅਦ ਹੈਗਾ ਹਾਈ ਪਾਵਰਡ ਮਨੀ ਦੇ ਵਿੱਚ ਕਿਹੜੀ ਮਨੀ ਇਨਕਲੂਡ ਹੁੰਦੀ ਆ, ਜਿਹੜੀ ਕਰੰਸੀ ਹੈਲਡ ਕਰਕੇ ਰੱਖੀ ਗਈ ਆ ਬਾਈ ਦਾ ਪੀਪਲ ਐਂਡ ਵਰਲਡ ਕੈਸ਼ ਆਫ ਦੀ ਕਮਰਸ਼ੀਅਲ ਬੈਂਕਸ ਐਂਡ ਜਿਹੜਾ ਕੈਸ਼ ਰਿਜ਼ਰਵ ਰੱਖਿਆ RBI ਕੋਲੇ ਕਮਰਸ਼ੀਅਲ ਬੈਂਕਾਂ ਨੇ, ਕੈਸ਼ ਰਿਜ਼ਰਵ ਆਫ ਦੀ ਕਮਰਸ਼ੀਅਲ ਬੈਂਕਸ ਵਿਦ RBI। ਤਾਂ ਇਹਨੂੰ ਆਪਾਂ ਕੀ ਕਹਿੰਦੇ ਆ, ਦਿਸ ਇਜ਼ ਕਾਲਡ ਮੋਨਿਟਰੀ ਬੇਸ, ਜਿਹਨੂੰ ਆਪਾਂ ਬੇਸ ਮਨੀ ਵੀ ਕਹਿੰਦੇ ਆ। ਤਾਂ ਅੱਜ ਦੇ ਮੇਨ ਸੀ ਕਨਸੈਪਟ ਜਿਨ੍ਹਾਂ ਨੂੰ ਆਪਾਂ ਨੇ ਰਿਵਾਈਜ਼ ਕੀਤਾ। ਉਮੀਦ ਕਰਦੇ ਆ ਵੀ ਕਲੀਅਰ ਹੋ ਗਏ ਹੋਣਗੇ। ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ। ਥੈਂਕ ਯੂ।